सत श्री अकाल। आओ एक बार फिर लाला तनीराम चातरिक जी द्वारा लिखी हुई कविता समय दी बहार ਦੀ व्याख्या करांगे। समय ਦੀ बहार कविता ਦੀ व्याख्या ਕਰਨ ਤੋਂ ਪਹਿਲਾਂ ਉਸਦੇ ਮਾਈਂਡ ਮੈਪ ਨੂੰ ਜੇ ਸਮਝ ਲਿਆ ਜਾਵੇ ਤਾਂ ਉਸਦਾ ਕੇਂਦਰੀ ਭਾਵ ਉਸ ਵਿੱਚ ਕਵੀ ਨੇ ਕਹਿਣਾ ਕੀ ਚਾਹਿਆ ਹੈ ਉਸ ਬਾਰੇ ਵਿਚਾਰ ਕਰ ਲਈ ਜਾਵੇ। ਅੱਜ ਇਸ ਵਿੱਚ ਕਵੀ ਲਿਖਦਾ ਹੈ ਕਿ ਆਧੁਨਿਕ ਸਮਾਜ ਵਿੱਚ ਆਜ਼ਾਦ ਅਤੇ ਅਗਾਂਹਵਧੂ ਸੋਚ ਅਤੇ ਤਕਨੀਕੀ ਵਿਕਾਸ ਕਾਰਨ परिवर्तन आ रहा है। आज़ाद विचार हो गए लोगों के, अगांहवधू सोच हो गई है तो तकनीकी विकास के कारण ये सारा परिवर्तन आ रहा है। अजिही हालत विच पुराने विचारां वालियां नूं चाहीदा है कि वो जां तां उन्हां दे राह विच अड़िक्का ना बनन ते जां उन्हां दे नाल रल जाण। इस तो इलावा कवि दसदा है कि आधुनिक समाज विच आ रहे परिवर्तन नूं पेश कीता है। हर पासे आज़ादी अते आज़ाद विचारां दा बोलबाला है। कुदरत ने नवी पीढ़ी का मार्गदर्शन किया है। पुरानी सोच वालियां नूं नवी सोच वालियां दे नाल मिल के चलण दा सुनेहा दिता है। अगांहवधू सोच नूं वेख के कुदरत भी बड़ी प्रसन्न हो रही है। ते इस तो इलावा फिरकेदारी, इस विच फिरकेदारी की भी गल कीती है कि फिरकेदारी अनुसार तंग धार्मिक सोच ਅਤੇ ਕੱਟੜਤਾ ਕਾਰਨ ਕੁਝ ਲੋਕ ਆਪਣੇ ਧਰਮ ਨੂੰ ਸਭ ਤੋਂ ਵਧੀਆ ਸਮਝਦੇ ਹੈ। ਉਹਨਾਂ ਦੀ ਸੋਚ ਨੂੰ ਵੀ ਬਦਲਣਾ ਚਾਹੀਦਾ ਹੈ। ਸੋ ਆਓ ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰੀਏ। ਸਭ ਤੋਂ ਪਹਿਲਾਂ ਕਵਿਤਾ ਦੇ ਸਤਰਾਂ ਪੜਾਂਗੇ। ਇਹ ਇੱਕ ਗੀਤ ਹੈ, ਸੋ ਇਸ ਨੂੰ ਗੀਤ ਦੇ ਤਰੀਕੇ ਨਾਲ ਅਸੀਂ ਪੜਨ ਦਾ ਯਤਨ ਕਰਾਂਗੇ। ਨਵੀਓ ਨਵੀਂ ਬਹਾਰ ਸਮੇਂ ਦੀ, ਨਵੀਓ ਨਵੀਂ ਬਹਾਰ, ਨਵੇਂ ਸਮੇਂ ਦੇ ਨਵੇਂ ਨਜ਼ਾਰੇ, ਨਵੀਂ ਜਵਾਨੀ नवे हुलारे, नवे बाजार तमाशे मेले, नवे हुसीन नवे अलबेले, नवी नशे दी तार समय दी, नवीओ नवी बहार। पहला उस तरह ही प्रसंग लिखांगे कि एक काव्य सतरां साडी पंजाबी दी पाठ पुस्तक काव्य यात्रा विच दर्ज लाला तनीराम चातरिक जी द्वारा लिखी हुई कविता समय दी बहार विचों लईआं गईआं हन। अते इस कविता विच कवि ने विकसित समाज विच पुराने ਅਤੇ ਪਿਛਾਂ ਖਿੱਚੂ ਖਿਆਲਾਂ ਵਾਲੇ ਲੋਕਾਂ ਨੂੰ ਸਮਝਾਉਂਦਿਆਂ ਕਿਹਾ ਹੈ ਕਿ ਉਹਨਾਂ ਦੀ ਹੁਣ ਕੋਈ ਅਹਿਮੀਅਤ ਨਹੀਂ ਰਹੀ। ਉਹਨਾਂ ਨੂੰ ਸਮੇਂ ਅਨੁਸਾਰ ਆਪਣੇ ਵਿਚਾਰਾਂ ਵਿੱਚ ਤਬਦੀਲੀ ਲੈ ਆਉਣੀ ਚਾਹੀਦੀ ਹੈ। ਉਪਰੋਕਤ ਕਾਵਿ ਸਤਰਾਂ ਵਿੱਚ ਕਵੀ ਨੇ ਨਵੇਂ ਸਮੇਂ ਵਿਚਲੀ ਨਵੀਨਤਾ ਨੂੰ ਬੜੀ ਆਸ ਨਾਲ ਪੇਸ਼ ਕੀਤਾ ਹੈ। ਸੋ ਆਓ ਵਿਆਖਿਆ ਕਰੀਏ। ਕਵੀ ਇਹਨਾਂ ਸਤਰਾਂ ਵਿੱਚ ਕਹਿੰਦਾ ਹੈ ਕਿ ਆਧੁਨਿਕ ਸਮਾਜ ਵਿੱਚ ਆ ਰਹੇ ਪਰਿਵਰਤਨ ਨੂੰ ਬਿਆਨ ਕਰਦਾ ਹੋਇਆ ਅਤੇ ਅਜੋਕੇ ਸਮੇਂ ਵਿੱਚ ਅਗਾਂਹਵਧੂ ਸੋਚ ਕਾਰਨ ਜੋ ਵੀ ਬਹਾਰ, ਇੱਕ ਨਵੀਂ ਬਹਾਰ ਆਈ ਹੈ, ਉਸ ਨੂੰ ਬਿਆਨ ਕਰਦਾ ਹੋਇਆ ਕਵੀ ਲਿਖਦਾ ਹੈ ਕਿ ਸਮੇਂ ਦੇ ਅਨੁਸਾਰ ਇਸ ਦੁਨੀਆ ਵਿੱਚ ਇੱਕ ਨਵੀਂ ਬਹਾਰ ਆ ਗਈ ਹੈ, ਜਿਸ ਦੇ ਸਿੱਟੇ ਵਜੋਂ ਇਸ ਵਿੱਚ ਨਵੇਂ ਅਤੇ ਆਜ਼ਾਦ ਸਮਾਜ ਦੇ ਦ੍ਰਿਸ਼ ਵੀ ਬਦਲੇ ਹੋਏ ਅਤੇ ਨਵੇਂ ਹਨ। ਸਮਾਜ ਅੰਦਰ ਨਵੀਂ ਜਵਾਨੀ ਪ੍ਰਵੇਸ਼ ਕਰ ਗਈ ਹੈ। ਇਸ ਲਈ ਸਮਾਜ ਨੂੰ ਨਵੀਂ ਕਿਸਮ ਦੇ ਝੂਟੇ ਜਾਂ ਆਨੰਦ ਮਿਲ ਰਿਹਾ ਹੈ। ਭਾਵ ਸਭ ਕੁਝ ਹੀ ਨਵਾਂ ਅਤੇ ਅਲੱਗ ਜਿਹਾ ਮਹਿਸੂਸ ਹੋ ਰਿਹਾ ਹੈ। ਇਸ ਬਦਲੀ ਹੋਈ ਫਿਜ਼ਾ ਵਿੱਚ ਬਾਜ਼ਾਰ ਵੀ ਬਦਲ ਕੇ ਨਵੇਂ ਬਣ ਗਏ ਹਨ ਅਤੇ ਇੱਥੇ ਹੋਣ ਵਾਲੇ ਤਮਾਸ਼ੇ ਅਤੇ ਮੇਲੇ ਵੀ ਨਵੀਂ ਕਿਸਮ ਦੇ ਹੋ ਗਏ ਹਨ। ਭਾਵ ਜਿਹੜੇ ਪਹਿਲਾਂ ਤਮਾਸ਼ੇ ਸੀ, ਜਿਹੜੇ ਪਹਿਲਾਂ ਮੇਲੇ ਸੀ, ਉਹਨਾਂ ਦਾ ਰੰਗ ਢੰਗ ਬਦਲ ਕੇ ਹੁਣ ਇਹ ਨਵੇਂ ਕਿਸਮ ਦੇ ਤਮਾਸ਼ੇ ਅਤੇ ਮੇਲੇ ਵੀ ਹੋ ਗਏ ਹਨ। ਇੱਥੇ ਹੀ ਬਸ ਨਹੀਂ, ਹੁਣ ਸਾਡਾ ਆਲੇ ਦੁਆਲੇ ਨਵੇਂ ਸੁੰਦਰ ਚਿਹਰੇ ਆ ਗਏ ਹਨ। ਨਵੇਂ ਹੁਸੀਨ ਨਵੇਂ ਅਲਬੇਲੇ, ਭਾਵ ਸਾਡੇ ਆਲੇ ਦੁਆਲੇ ਵੀ ਨਵੇਂ ਸੁੰਦਰ ਚਿਹਰੇ ਆ ਗਏ ਹਨ ਅਤੇ ਮਸਤ ਕਿਸਮ ਦੇ ਲੋਕ ਵਿਚਰ ਰਹੇ ਹਨ। ਭਾਵ ਉਹ ਪਰੇਸ਼ਾਨ ਨਹੀਂ ਹਨ, ਉਹ ਆਪਣੇ ਆਪ ਨੂੰ ਮਸਤ ਅਲਬੇਲੇ ਫਿਕਰ ਤੋਂ ਰਹਿਤ ਹਨ। ਉਹ ਮਸਤ ਕਿਸਮ ਦੇ ਲੋਕ ਵਿਚਰ ਰਹੇ ਹਨ। ਇੱਥੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਮਾਜ ਵਿੱਚ ਇੱਕ ਨਵੀਂ ਕਿਸਮ ਦਾ ਨਸ਼ਾ ਆ ਗਿਆ ਹੈ ਅਤੇ ਇੱਕ ਨਵੀਂ ਕਿਸਮ ਦੀ ਬਹਾਰ ਦਾ ਪ੍ਰਵੇਸ਼ ਹੋ ਗਿਆ ਹੈ। ਅਗਲੀਆਂ ਸਤਰਾਂ ਵਿੱਚ ਕਵੀ ਦੱਸਦਾ ਹੈ, ਪਿਛਲੀ ਹੋ ਗਈ ਗੱਲ ਪੁਰਾਣੀ, ਨਵਿਆਂ ਛੋਹੀ ਨਵੀਂ ਕਹਾਣੀ, ਪਿਛਲੇ ਲੀਹਾਂ ਨਾਲ ਖਲੋ ਗਏ, ਨਵੇਂ ਨਿਸ਼ਾਨ ਅਗੇਰੇ ਹੋ ਗਏ, ਬਦਲ ਗਿਆ ਸੰਸਾਰ ਸਮੇਂ ਦੀ ਨਵੀਓ ਨਵੀਂ ਬਹਾਰ। ਹੁਣ ਪਿਛਲੀ ਹੋ ਗਈ ਗੱਲ ਪੁਰਾਣੀ। ਇਹਨਾਂ ਕਾਵਿ ਸਤਰਾਂ ਵਿੱਚ ਕਵੀ ਲਿਖਦਾ ਹੈ ਕਿ ਪੁਰਾਣੀ ਸੋਚ ਜਾਂ ਪੁਰਾਣੀ ਜਿਹੜੀ ਗੱਲ ਹੈ ਉਹ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਹੁਣ ਕੀ ਹੋ ਗਿਆ? ਨਵਿਆਂ ਛੋਹੀ ਨਵੀਂ ਕਹਾਣੀ। ਆਜ਼ਾਦ ਸਮਾਜ ਅੰਦਰ
ਅੱਜ ਦੀ ਨੌਜਵਾਨ ਪੀੜ੍ਹੀ ਨੇ ਨਵੀਂ ਕਹਾਣੀ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਵ ਅੱਜ ਦਾ ਜਿਹੜਾ ਨੌਜਵਾਨ ਹੈ, ਉਸ ਨੌਜਵਾਨ ਪੀੜ੍ਹੀ ਦੀ ਸੋਚ ਅਤੇ ਵਿਚਾਰ ਬਹੁਤ ਪ੍ਰਭਾਵਸ਼ਾਲੀ ਹਨ। ਉਹਨਾਂ ਦੇ ਵਿਚਾਰ ਅਗਾਂਹਵਧੂ ਹਨ। ਪਿਛਲੇ ਲੀਹਾਂ ਨਾਲ ਖਲੋਗੇ, ਫਿਰ ਇਹਦਾ ਸਿੱਟਾ ਕੀ ਨਿਕਲਿਆ? ਪਿਛਲੇ ਲੀਹਾਂ ਨਾਲ ਖਲੋਗੇ। ਸਿੱਟੇ ਵਜੋਂ ਪੁਰਾਣੀ ਪੀੜ੍ਹੀ ਵਾਲੇ ਜਾਂ ਪੁਰਾਣੇ ਖਿਆਲਾਂ ਵਾਲੇ ਲੋਕ ਪੁਰਾਣੇ ਵਿਚਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ। ਲੀਹਾਂ ਨਾਲ ਭਾਵ ਉਹਨਾਂ ਨੇ ਇੱਕ ਲਿਮਿਟ ਜਿਹੀ ਬਣਾ ਲਈ ਕਿ ਉੱਥੋਂ ਤੱਕ ਹੀ ਸੀਮਤ ਰਹਿਣਾ, ਉੱਥੇ ਤੱਕ ਹੀ ਸੀਮਤ ਹੋ ਕੇ ਰਹਿ ਗਏ। ਨਵੇਂ ਨਿਸ਼ਾਨ ਅਗੇਰੇ ਹੋ ਗਏ ਤੇ ਨਵੀਂ ਨੌਜਵਾਨ ਪੀੜ੍ਹੀ ਸੀ ਜਿਹੜੀ ਉਹ ਉਹਨਾਂ ਤੋਂ ਅੱਗੇ ਲੰਘ ਗਈ। ਬਦਲ ਗਿਆ ਸੰਸਾਰ, ਸਮੇਂ ਦੀ ਨਵੀਂ ਬਹਾਰ। ਤੇ ਇਸ ਦਾ ਨਤੀਜਾ ਕੀ ਨਿਕਲਿਆ ਕਿ ਦੁਨੀਆ ਵਿੱਚ ਪਰਿਵਰਤਨ ਆ ਗਿਆ। ਬਦਲ ਗਿਆ ਸੰਸਾਰ ਭਾਵ ਸਾਰਾ ਸੰਸਾਰ, ਸਾਰੀ ਦੁਨੀਆ ਵਿੱਚ ਪਰਿਵਰਤਨ ਆ ਗਿਆ ਹੈ। ਸਮੇਂ ਦੀ ਨਵੀਂ ਬਹਾਰ। ਲੱਗਦਾ ਹੈ ਸਮਾਂ ਨਵੀਂ ਕਿਸਮ ਦੀ ਬਹਾਰ ਜਾਂ ਖੁਸ਼ਹਾਲੀ ਲੈ ਕੇ ਆਇਆ ਹੈ। ਅਗਲਾ, ਕੁਦਰਤ ਅਦਲ ਬਦਲ ਤੇ ਹੱਸੀ। ਹੁਣ ਕੁਦਰਤ ਤਾਂ ਉਹੀ ਹੈ। ਕੁਦਰਤ ਅਦਲ ਬਦਲ ਤੇ ਹੱਸੀ, ਨਵੀਂ ਸੜਕ ਨਵਿਆਂ ਨੂੰ ਦੱਸੀ। ਸਹਿਮ ਗੁਲਾਮੀ ਅੰਦਰ ਵੜ ਗਈ, ਆਜ਼ਾਦੀ ਕੋਠੇ ਤੇ ਚੜ ਗਈ। ਲਿਆ ਮੋਰਚਾ ਮਾਰ, ਸਮੇਂ ਦੀ ਨਵੀਂ ਬਹਾਰ। ਹੁਣ ਕੁਦਰਤ ਤਾਂ ਉਹੀ ਹੈ। ਪੁਰਾਣੇ ਜਿਹੜੇ ਖਿਆਲ ਦੇ ਲੋਕ ਸੀ ਉਹ ਆਪਣੇ ਉਹਨਾਂ ਵਿਚਾਰਾਂ ਤੱਕ ਹੀ ਸੀਮਤ ਸੀ। ਉਹ ਆਪਣੇ ਆਪ ਨੂੰ ਬਦਲਣ ਲਈ ਵੀ ਤਿਆਰ ਨਹੀਂ ਸੀ ਤੇ ਨਾ ਹੀ ਜਿਹੜੇ ਨਵੇਂ ਹੈ ਉਹਨਾਂ ਦੇ ਨਾਲ ਰਲ ਕੇ ਤੁਰਨ ਲਈ ਤਿਆਰ ਸੀ। ਉਹਨਾਂ ਦਾ ਅਸਰ ਕੀ ਹੋਇਆ ਕਿ ਉਸ ਚੀਜ਼ ਨੂੰ ਕੁਦਰਤ ਜਿਹੜੀ ਹੈ ਇਸ ਵਾਤਾਵਰਣ ਨੂੰ ਬਦਲਦਿਆਂ ਹੋਇਆ ਦੇਖ ਕੇ ਹੱਸਦੀ ਹੈ। ਕਵੀ ਨਵੀਂ ਅਤੇ ਪੁਰਾਣੀ ਸੋਚ ਦੀ ਤੁਲਨਾ ਕਰਨ ਤੋਂ ਬਾਅਦ ਲਿਖਦਾ ਹੈ ਕਿ ਨਵੇਂ ਸਮਾਜ ਦੀ ਆਜ਼ਾਦ ਅਤੇ ਅਗਾਂਹਵਧੂ ਸੋਚ ਨੂੰ ਵੇਖ ਕੇ ਕੁਦਰਤ ਵੀ ਪ੍ਰਸੰਨ ਹੋ ਰਹੀ ਹੈ। ਉਸਨੇ ਨੌਜਵਾਨ ਪੀੜ੍ਹੀ ਦਾ ਮਾਰਗਦਰਸ਼ਨ ਕੀਤਾ ਭਾਵ ਨਵੀਂ ਸੜਕ ਨਵਿਆਂ ਨੂੰ ਦੱਸੀ। ਜਿਹੜੀ ਨਵੀਂ ਸੋਚ ਦੇ ਨੌਜਵਾਨ ਪੀੜ੍ਹੀ ਦੇ ਲੋਕ ਹਨ ਉਹਨਾਂ ਨੂੰ ਮਾਰਗਦਰਸ਼ਨ ਦਿੱਤਾ ਕਿ ਇਸ ਸਾਈਡ ਤੇ ਜਾਣਾ ਹੈ, ਭਾਵ ਉਹਨਾਂ ਦਾ ਮਾਰਗਦਰਸ਼ਨ ਬਣਾਇਆ, ਉਹਨਾਂ ਨੂੰ ਨਵਾਂ ਰਾਹ ਦਿਖਾਇਆ। ਸਹਿਮ ਗੁਲਾਮੀ ਅੰਦਰ ਵੜ ਗਈ। ਇਸ ਦਾ ਸਿੱਟਾ ਕੀ ਨਿਕਲਿਆ? ਗੁਲਾਮੀ ਡਰ ਕੇ ਅੰਦਰ ਛੁਪ ਗਈ। ਆਜ਼ਾਦੀ ਕੋਠੇ ਤੇ ਚੜ ਗਈ ਅਤੇ ਉਸ ਵਿੱਚ ਆਜ਼ਾਦ ਵਾਤਾਵਰਣ ਵਿੱਚ ਵਿਚਰਨ ਦੀ ਹਿੰਮਤ ਨਾ ਰਹੀ। ਹੁਣ ਸਾਰੇ ਪਾਸੇ ਆਜ਼ਾਦੀ ਅਤੇ ਆਜ਼ਾਦ ਵਿਚਾਰਾਂ ਦਾ ਬੋਲਬਾਲਾ ਹੀ ਹੋ ਗਿਆ ਹੈ। ਲਿਆ ਮੋਰਚਾ ਮਾਰ, ਸਮੇਂ ਦੀ ਨਵੀਂ ਬਹਾਰ। ਤੇ ਇਸ ਤਰ੍ਹਾਂ ਲੱਗਦਾ ਹੈ ਕਿ ਨਵੀਂ ਪੀੜ੍ਹੀ ਨੇ ਇੱਕ ਵਾਰ ਮੋਰਚਾ ਪ੍ਰਾਪਤ ਕਰ ਲਿਆ ਹੋਵੇ। ਮੋਰਚਾ ਪ੍ਰਾਪਤ ਕਰਨਾ ਭਾਵ ਜਿੱਤ ਪ੍ਰਾਪਤ ਕਰਨੀ। ਉਹਨਾਂ ਨੇ ਮੋਰਚਾ ਮਾਰ ਲਿਆ ਹੋਵੇ। ਇਸ ਤਰ੍ਹਾਂ ਲੱਗਦਾ ਹੈ ਕਿ ਨਵੀਂ ਸੋਚ ਵਾਲੇ ਲੋਕਾਂ ਨੇ, ਨੌਜਵਾਨ ਪੀੜ੍ਹੀ ਨੇ ਪੁਰਾਣੇ ਲੋਕਾਂ ਤੇ ਮੋਰਚਾ ਮਾਰ ਲਿਆ ਹੈ, ਭਾਵ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਪੁਰਾਣੇ ਵਿਚਾਰ ਜਿਹੜੇ ਹੈ ਉਹ ਹਾਰ ਕੇ ਬੈਠ ਗਏ ਹਨ। ਇਸ ਦਾ ਭਾਵ ਇਹ ਹੈ ਕਿ ਸਮਾਜ ਵਿੱਚ ਨਵੇਂ ਅਤੇ ਅਗਾਂਹਵਧੂ ਵਿਚਾਰ ਜ਼ੋਰ ਪਕੜ ਗਏ ਅਤੇ ਪੁਰਾਣੇ ਅਤੇ ਪਰੰਪਰਾਵਾਦੀ ਵਿਚਾਰ ਜਿਹੜੇ ਸੀਗੇ ਉਹ ਇੱਕ ਪਾਸੇ ਲੱਗੇ ਰਹਿ ਗਏ। ਅਗਲੇ ਸਤਰਾਂ ਵਿੱਚ ਕਵੀ ਦੱਸਦਾ ਹੈ, ਰਹੇ ਪੁਰਾਣੇ ਰੋਲਾ ਪਾਉਂਦੇ, ਨਵੇਂ ਵੱਧ ਗਏ ਹੱਸਦੇ ਗਾਉਂਦੇ। ਨੱਠ ਖਲੋਤੀ ਫਿਰਕੇਦਾਰੀ, ਮਚਲਾ ਹੋ ਗਿਆ ਚਤਰ ਮਦਾਰੀ। ਲੱਗਾ ਦੇਣ ਪਿਆਰ, ਸਮੇਂ ਦੀ ਨਵੀਂ ਬਹਾਰ। ਹੁਣ ਇੱਥੇ ਰੋਲਾ ਪਾਣਾ ਭਾਵ ਸ਼ੋਰ ਮਚਾਉਣਾ ਜਾਂ ਇਤਰਾਜ਼ ਕਰਨਾ ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇਸ ਗੱਲ ਤੇ ਇਤਰਾਜ਼ ਕਰਨਾ। ਵੱਧ ਗਏ ਭਾਵ ਤਰੱਕੀ ਕਰ ਗਏ। ਫਿਰਕੇਦਾਰੀ ਦਾ ਭਾਵ ਇੱਥੇ ਹੈ ਧਾਰਮਿਕ ਤੰਗਦਿਲੀ ਕਿ ਧਾਰਮਿਕ ਵਖਰੇਵਾਂ ਨਹੀਂ ਜੀ, ਇਹ ਸਾਡੇ ਧਰਮ 'ਚ ਨਹੀਂ ਹੁੰਦਾ, ਉਹ ਸਾਡੇ ਧਰਮ 'ਚ ਨਹੀਂ ਹੁੰਦਾ, ਇਸ ਤਰ੍ਹਾਂ ਦੀ ਤੰਗਦਿਲੀ ਹੈ, ਉਹ ਫਿਰਕੇਦਾਰੀ ਦਾ ਭਾਵ ਹੈ। ਨੱਠ ਉੱਠੀ ਮਤਲਬ ਤਿਲਮਿਲਾ ਉੱਠੀ। ਮਚਲਾ ਮੀਨਸ ਬਹਾਨੇਬਾਜ਼। ਲੱਗਾ ਦੇਣ ਪਿਆਰ ਭਾਵ ਉਤਸ਼ਾਹਿਤ ਕਰਨ ਲੱਗਾ। ਰਹੇ ਪੁਰਾਣੇ ਰੋਲਾ ਪਾਉਂਦੇ। ਨਵੀਂ ਜਵਾਨੀ ਦੀ ਅਗਾਂਹਵਧੂ ਸੋਚ ਦੀ ਚੜ੍ਹਨ ਨੂੰ ਬਿਆਨ ਕਰਨ ਤੋਂ ਬਾਅਦ ਕਵੀ ਲਿਖਦਾ ਹੈ ਕਿ ਨਵੀਂ ਸੋਚ ਦੀ ਚੜ੍ਹਤ ਨੂੰ ਦੇਖ ਕੇ ਜਿਹੜੇ ਪੁਰਾਣੀ ਸੋਚ ਦੇ ਲੋਕ ਸੀ ਉਹ ਕਿੰਤੂ ਪਰੰਤੂ ਕਰਨ ਲੱਗ ਗਏ ਅਤੇ ਬਿਨਾਂ ਕਾਰਨ ਤੋਂ ਹੀ ਸ਼ੋਰ ਮਚਾਉਂਦੇ ਰਹੇ, ਰੋਲਾ ਪਾਉਂਦੇ ਰਹੇ। ਦੂਜੇ ਪਾਸੇ ਨਵੀਂ ਅਤੇ ਅਗਾਂਹਵਧੂ ਸੋਚ ਵਾਲੇ ਹੱਸਦੇ ਅਤੇ ਗਾਉਂਦੇ ਹੋਏ ਅਗਾਂਹਵਧੂ ਸੋਚ ਵੱਲ ਅੱਗੇ ਤੁਰਦੇ ਗਏ, ਭਾਵ ਉਹ ਅੱਗੇ ਹੀ ਵੱਧਦੇ ਗਏ। ਇਹ ਸਾਰਾ ਕੁਝ ਦੇਖ ਕੇ ਧਾਰਮਿਕ ਤੰਗਦਿਲੀ ਜਿਹੜਾ ਕਿ ਫਿਰਕੇਦਾਰੀ ਸੀ, ਧਾਰਮਿਕ ਤੰਗਦਿਲੀ ਜਾਂ ਆਪਸੀ ਧਾਰਮਿਕ ਨਫ਼ਰਤ ਕਰਨ ਵਾਲੇ ਲੋਕ ਹੈਰਾਨ ਰਹਿ ਗਏ। ਉਹਨਾਂ ਨੂੰ ਨਵੀਂ ਅਤੇ ਅਗਾਂਹਵਧੂ ਸੋਚ ਦੀ ਚੜ੍ਹਤ ਦਾ ਬੜਾ ਦੁੱਖ ਹੋਇਆ। ਲੋਕਾਂ ਨੂੰ ਧਰਮ ਦੇ ਨਾਂ ਉੱਤੇ ਅਤੇ ਹੋਰ ਗੱਲਾਂ ਕਾਰਨ ਲੜਾਉਣ ਵਾਲਾ ਲੀਡਰ ਜਿਹੜਾ ਸੀ ਉਹ ਮੀਸਣਾ ਜਿਹਾ ਹੋ ਕੇ ਬਹਿ ਗਿਆ। ਮਚਲਾ ਮੀਨਸ ਮੀਸਣਾ ਜਿਹਾ ਹੋ ਕੇ, ਬਹਾਨੇਬਾਜ਼ ਜਿਹਾ ਹੋ ਕੇ ਬੈਠ ਗਿਆ ਕਿ ਹੁਣ ਤਾਂ ਮੇਰੀ ਗੱਲ ਬਣਨੀ ਨਹੀਂ,
ਹੁਣ ਤਾਂ ਮੇਰੀ ਦਾਲ ਗਲਣੀ ਨਹੀਂ। ਉਹ ਮਚਲਾ ਜਿਹਾ ਹੋ ਕੇ ਬੈਠ ਗਿਆ। ਉਹ ਆਪਸ ਵਿੱਚ ਧਾਰਮਿਕ ਨਫ਼ਰਤ ਕਰਨ ਵਾਲਿਆਂ ਨੂੰ ਪਿਆਰ ਕਰਨ ਲੱਗਾ ਅਤੇ ਹੱਲਾਸ਼ੇਰੀ ਦੇਣ ਲੱਗਾ। ਅਤੇ ਲਾਸਟ ਵਾਲੀ ਸ਼ਬਦ ਆਖਰੀ ਸਤਰ ਵਿੱਚ ਕਵੀ ਲਿਖਦਾ ਹੈ, ਲੱਗਾ ਦੇਣ ਪਿਆਰ ਸਮੇਂ ਦੀ ਨਵੀਂ ਨਵੀਂ ਬਹਾਰ, ਕਿ ਜਿਹੜਾ ਉਹ ਧਾਰਮਿਕ ਨਫ਼ਰਤ ਕਰਨ ਵਾਲਿਆਂ ਨੂੰ ਪਿਆਰ ਕਰਨ ਲੱਗਾ ਅਤੇ ਹੱਲਾਸ਼ੇਰੀ ਦੇਣ ਲੱਗਾ। ਥਿਓ ਕਵਿਤਾ ਨੂੰ ਅੱਗੇ ਜਾਰੀ ਕਰਦੇ ਹਾਂ। 2 ਹੋਰ ਪੈਰੇ ਜਿਹੜੇ ਰਹਿ ਗਏ ਹਨ ਉਹਨਾਂ ਦੀ ਵਿਆਖਿਆ ਕਰਦੇ ਹਾਂ। ਬਾਬਾ ਰਾਹੋਂ ਲਾਂਬੇ ਹੋ ਜਾ, ਜਾਂ ਨਵਿਆਂ ਦੇ ਨਾਲ ਖਲੋ ਜਾ, ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਇਹ ਹੁਣ ਹੰਬਲੇ ਮਾਰਨ ਪਈਆਂ, ਅਗਲੀਆਂ ਹੋਰ ਤਿਆਰ, ਸਮੇਂ ਦੀ ਨਵੀਂ ਬਹਾਰ। ਉਪਰੋਕਤ ਕਾਵਿ ਸਤਰਾਂ ਵਿੱਚ ਕਵੀ ਪੁਰਾਤਨ ਅਤੇ ਪਿਛਾਂ ਖਿੱਚੂ ਵਿਚਾਰਾਂ ਵਾਲੇ ਮਨੁੱਖਾਂ ਨੂੰ ਨਵੇਂ ਵਿਚਾਰਾਂ ਵਾਲੇ ਲੋਕਾਂ ਨਾਲ ਰਲ ਕੇ ਰਹਿਣ ਦਾ ਜਾਂ ਉਹਨਾਂ ਦੇ ਰਾਹ ਤੋਂ ਪਰੇ ਹਟ ਜਾਣ ਲਈ ਕਹਿੰਦਾ ਹੈ। ਬਾਬਾ ਰਾਹੋਂ ਲਾਂਬੇ ਹੋ ਜਾ, ਬਾਬਾ ਕਿਹਾ ਗਿਆ ਪੁਰਾਣੀ ਸੋਚ ਵਾਲੇ ਵਿਅਕਤੀ ਨੂੰ। ਧਾਰਮਿਕ ਕੱਟੜਤਾ ਕਾਰਨ ਆਪਸ ਵਿੱਚ ਨਫ਼ਰਤਾਂ ਅਤੇ ਵਿਤਕਰੇ ਪਾਉਣ ਵਾਲਿਆਂ ਦੀ ਗੱਲ ਕਰਨ ਤੋਂ ਬਾਅਦ ਕਵੀ ਕਹਿੰਦਾ ਹੈ ਕਿ ਪੁਰਾਣੀ ਸੋਚ ਰੱਖਣ ਵਾਲੇ ਮਨੁੱਖ ਉਹ ਜਾਂ ਤਾਂ ਉਹਨਾਂ ਦੇ ਰਾਹ ਵਿੱਚੋਂ ਪਾਸੇ ਹੋ ਜਾਣ, ਭਾਵ ਉਹਨਾਂ ਦੇ ਰਸਤੇ ਵਿੱਚ ਕੋਈ ਅੜਿੱਕਾ ਨਾ ਬਣਨ, ਜਾਂ ਨਵਿਆਂ ਦੇ ਨਾਲ ਖਲੋ ਜਾ, ਤੇ ਜਾਂ ਫਿਰ ਉਹਨਾਂ ਨਵਿਆਂ ਦੇ ਨਾਲ ਭਾਵ ਅਗਾਂਹ ਵਧੂ ਸੋਚ ਰੱਖਣ ਵਾਲਿਆਂ ਦੇ ਨਾਲ ਖਲੋ ਜਾ, ਭਾਵ ਉਹਨਾਂ ਦੀ ਵਿਚਾਰਧਾਰਾ ਨੂੰ ਵੀ ਅਪਣਾ ਲੈ। ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਪਿਛਲੀਆਂ ਅਤੇ ਪੁਰਾਣੀਆਂ ਲਹਿਰਾਂ ਪਤਾ ਨਹੀਂ ਕਿੱਥੇ ਗਈਆਂ, ਭਾਵ ਜਿਹੜੇ ਪੁਰਾਣੇ ਵਿਚਾਰ ਸੀ ਉਹ ਪਤਾ ਨਹੀਂ ਕਿੱਥੇ ਗਵਾਚ ਗਏ ਹਨ। ਇਹ ਹੁਣ ਹੰਬਲੇ ਮਾਰਨ ਪਈਆਂ, ਪਰ ਉਹਨਾਂ ਦੇ ਮੁਕਾਬਲੇ ਨਵੀਆਂ ਅਤੇ ਅਗਾਂਹ ਵਧੂ ਲਹਿਰਾਂ ਹਿੰਮਤ ਕਰ ਰਹੀਆਂ ਹਨ, ਭਾਵ ਉਹਨਾਂ ਨੇ ਕਈ ਪ੍ਰਾਪਤੀਆਂ ਕਰ ਲਈਆਂ ਹਨ, ਅਗਲੀਆਂ ਹੋਰ ਤਿਆਰ। ਅਤੇ ਇਸ ਤੋਂ ਇਲਾਵਾ ਨਵੇਂ ਹੋਰ ਵਿਚਾਰ ਅਤੇ ਉਹਨਾਂ ਦੀਆਂ ਲਹਿਰਾਂ ਹੋਰ ਤਿਆਰ ਹਨ। ਸਮੇਂ ਦੀ ਨਵੀਂ ਬਹਾਰ, ਸਮੇਂ ਅੰਦਰ ਨਵੀਂ ਤਬਦੀਲੀ ਅਤੇ ਖੁਸ਼ਹਾਲੀ ਆ ਗਈ ਹੈ। ਸੋ ਇਸ ਲਈ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਵਿਚਾਰਧਾਰਾ ਨੂੰ ਅਪਣਾ ਲੈਣਾ ਚਾਹੀਦਾ ਹੈ ਅਤੇ ਆਪਣੀ ਵਿਚਾਰਧਾਰਾ ਜਿਹੜੀ ਕਿ ਪੁਰਾਣੀ ਹੈ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ। ਕਵਿਤਾ ਦੇ ਇਸ ਆਖਰੀ ਕਾਵਿ-ਬੰਧ ਵਿੱਚ ਕਵੀ ਦੱਸਦਾ ਹੈ, ਤੱਤੇ ਠੰਡੇ ਸਮੇਂ ਸਮੋਏ, ਵਕਤ ਨਜਿੱਠਣ ਇਕੱਠੇ ਹੋਏ, ਜੁਗ ਜੁਗ ਚੱਕਰ ਕਾਲ ਦਾ ਚੱਲੇ, ਔਖੇ ਹੁੰਦੇ ਜਾਣ ਸੁਖੱਲੇ, ਤੁਰੀ ਰਹੇ ਰਫਤਾਰ, ਸਮੇਂ ਦੀ ਨਵੀਂ ਬਹਾਰ। ਕਵੀ ਕਹਿੰਦਾ ਹੈ ਕਿ ਸਮਾਜ ਵਿੱਚ ਕਈ ਤਰ੍ਹਾਂ ਦੇ ਵੇਲੇ ਆਏ, ਤੱਤੇ ਠੰਡੇ ਸਮੇਂ ਸਮੋਏ, ਭਾਵ ਚੰਗੇ ਮਾੜੇ, ਕਦੀ ਸਮੇਂ ਚੰਗਾ ਵੀ ਆਇਆ ਤੇ ਕਦੀ ਮਾੜਾ ਵੀ ਆਇਆ। ਵਕਤ ਨਜਿੱਠਣ ਇਕੱਠੇ ਹੋਏ, ਫਿਰ ਵੀ ਮਾੜੇ ਵਕਤ ਵੇਲੇ ਸੂਝਵਾਨ ਲੋਕ ਕੋਈ ਨਾ ਕੋਈ ਹੱਲ ਕੱਢਣ ਲੱਗੇ ਹੀ ਰਹਿੰਦੇ ਸਨ ਅਤੇ ਔਖੀ ਘੜੀ ਤੋਂ ਨਿਜਾਤ ਪਾਉਣ ਲਈ ਚੰਗੇ ਲੋਕ ਇਕੱਠੇ ਹੋ ਕੇ ਮਸ਼ਵਰੇ ਕਰਦੇ ਸਨ। ਭਾਵ ਜੇ ਕੋਈ ਮਾੜਾ ਸਮਾਂ ਆ ਵੀ ਜਾਂਦਾ ਸੀ ਤਾਂ ਉਸ ਔਖੇ ਸਮੇਂ ਤੋਂ ਆਪਣੇ ਆਪ ਨੂੰ ਕੱਢਣ ਦੇ ਲਈ ਜਿਹੜੇ ਲੋਕ ਸਨ, ਚੰਗੇ ਲੋਕ ਸਨ, ਉਹ ਇਕੱਠੇ ਹੋ ਕੇ ਮਸ਼ਵਰੇ ਕਰਦੇ ਸਨ। ਜੁਗ ਜੁਗ ਚੱਕਰ ਕਾਲ ਦਾ ਚੱਲੇ, ਉਂਝ ਤਾਂ ਪਰਮਾਤਮਾ ਵੱਲੋਂ ਵੀ ਕਾਲ ਦਾ ਚੱਕਰ ਕਈ ਜੁਗਾਂਤਰਾਂ ਤੋਂ ਚੱਲਦਾ ਆ ਰਿਹਾ ਹੈ। ਔਖੇ ਹੁੰਦੇ ਜਾਣ ਸੁਖੱਲੇ, ਕੋਈ ਵੀ ਇੱਥੇ ਸਦਾ ਲਈ ਸਥਿਰ ਨਹੀਂ ਹੈ, ਭਾਵ ਜੁਗਾਂਤਰਾਂ ਤੋਂ ਇਹ ਚੱਕਰ ਚੱਲਦਾ ਆ ਰਿਹਾ ਹੈ, ਭਾਵ ਕੋਈ ਵੀ ਸਦਾ ਲਈ ਸਥਿਰ ਨਹੀਂ ਹੈ, ਪਰਮਾਨੈਂਟ ਨਹੀਂ ਹੈ। ਸੋ ਪਰਮਾਤਮਾ ਦੇ ਪਰਿਵਰਤਨਸ਼ੀਲ ਨਿਯਮ ਨੇ ਕਈ ਵਿਰੋਧੀਆਂ ਨੂੰ ਆਪੇ ਹੀ ਮੌਤ ਰਾਹੀਂ ਚੁੱਪ ਕਰਵਾ ਦਿੱਤਾ ਅਤੇ ਸਮਾਜ ਵਿੱਚ ਵੀ ਵਧੀਆ ਢੰਗ ਨਾਲ ਆਪਣੀ ਚਾਲੇ ਤੁਰਦਾ ਜਾ ਰਿਹਾ ਹੈ। ਭਾਵ ਕਾਲ ਦਾ ਚੱਕਰ ਤਾਂ ਸਦੀਆਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ। ਔਖੇ ਹੁੰਦੇ ਜਾਣ ਸੁਖੱਲੇ, ਤੇ ਜਿਹੜੇ ਔਖੇ ਸੀਗੇ ਉਹ ਸੁਖੱਲੇ ਹੋ ਕੇ ਚਲੇ ਜਾਂਦੇ ਹਨ, ਭਾਵ ਆਉਣਾ ਤੇ ਜਾਣਾ ਇਹ ਲੱਗਾ ਰਹਿੰਦਾ ਹੈ। ਤੁਰੀ ਰਹੇ ਰਫਤਾਰ, ਤੇ ਇਹ ਜਿਹੜੀ ਰਫਤਾਰ ਹੈ, ਇਹ ਜਿਹੜਾ ਚੱਕਰ ਹੈ, ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਸਮੇਂ ਦੀ ਨਵੀਂ ਬਹਾਰ, ਤੇ ਇਸ ਲਈ ਭਵਿੱਖ ਵਿੱਚ ਹੋਰ ਨਵੀਨਤਾ ਆਉਂਦੀ ਰਹਿਣੀ ਹੈ। ਭਾਵ ਇਸ ਸਾਰੀ ਕਵਿਤਾ ਵਿੱਚ ਧਨੀ ਰਾਮ ਚਾਤ੍ਰਿਕ ਨੇ ਅਗਾਂਹਵਧੂ ਕਵੀਆਂ ਦੀ ਕਤਾਰ ਵਿੱਚ ਖੜੇ ਹੋ ਕੇ ਹੋਰ ਲੋਕਾਂ ਨੂੰ ਸਮਾਜ ਵਿੱਚ ਆ ਰਹੇ ਪਰਿਵਰਤਨ ਨੂੰ ਪੇਸ਼ ਕੀਤਾ ਹੈ ਅਤੇ ਇਸ ਕਵਿਤਾ ਵਿੱਚ ਨਵੇਂ ਸਮਾਜ ਵਿੱਚ ਨਵੇਂ ਸਮਾਜ ਦੀ ਆਜ਼ਾਦ ਅਤੇ ਅਗਾਂਹਵਧੂ ਸੋਚ ਅਤੇ ਤਕਨੀਕੀ ਵਿਕਾਸ ਕਾਰਨ ਆਏ ਬਦਲਾਅ ਨੂੰ ਵਿਸ਼ਾ ਬਣਾਇਆ ਹੈ ਅਤੇ ਉਸਨੇ ਇਸ ਕਵਿਤਾ ਰਾਹੀਂ ਇਹ ਵੀ ਸੁਨੇਹਾ ਦਿੱਤਾ ਹੈ ਕਿ ਪੁਰਾਣੀ ਸੋਚ ਵਾਲਿਆਂ ਨੂੰ ਇਸ ਨਵੀਂ ਸੋਚ ਵਾਲਿਆਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਸੋ ਮੈਨੂੰ ਉਮੀਦ ਹੈ
कि ਤੁਹਾਨੂੰ ਇਹ ਸਾਰੀ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਸਮਝ ਆ ਗਈ ਹੋਏਗੀ। ਇਸ ਵਿਆਖਿਆ ਤੋਂ ਇਲਾਵਾ ਇਸ ਪਾਠ ਪੁਸਤਕ ਵਿੱਚ ਹੀ ਇਸ ਕਵਿਤਾ ਦਾ ਸਾਰ ਵੀ ਦਿੱਤਾ ਗਿਆ ਹੈ। ਸੋ ਵਿਦਿਆਰਥੀਓ, ਇਸ ਸਾਰ ਨੂੰ ਪੜ੍ਹਨ ਤੋਂ ਬਾਅਦ ਕਵਿਤਾ ਵਿੱਚ ਆਈ ਪ੍ਰਸੰਗ ਸਹਿਤ ਵਿਆਖਿਆ ਨੂੰ ਤੁਸੀਂ ਸੌਖੇ ਤਰੀਕੇ ਨਾਲ ਕਰ ਸਕੋਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਵੇਗੀ ਤੇ ਇਸ ਸਾਰੀ ਕਵਿਤਾ ਦੀ ਪੁਸਤਕ ਦੀ ਅਤੇ ਸਾਰੀ ਕਵਿਤਾ ਦੇ ਮਾਈਂਡ ਮੈਪ ਦੀ PDF ਤੁਹਾਡੇ ਇਸ ਕਮੈਂਟ ਬਾਕਸ ਵਿੱਚ ਪਾ ਦਿੱਤੀ ਜਾਵੇਗੀ ਤੇ ਵਿਦਿਆਰਥੀ ਇਸ ਨੂੰ ਆਪਣੀਆਂ ਕਾਪੀਆਂ ਤੇ ਨੋਟ ਕਰ ਲੈਣਗੇ। ਧੰਨਵਾਦ।